ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਹਿੰਦੂ ਤੁਰਕਨ ਪੰਥ ਅਨੇਕ, ਜੋ ਦੁਨੀਆ ਦੇ ਅੰਦਰ ਹਿੰਦੂਆਂ ਦੇ, ਤੁਰਕਾਂ, ਮੁਗਲਾਂ, ਪਠਾਣਾਂ ਦੇ ਪਤਾ ਨਹੀਂ ਕਿਤਨੇ ਪੰਥ, ਪਤਾ ਨਹੀਂ ਕਿਤਨੇ ਹੀ ਧਰਮ ਦੇ ਜਿਹੜੇ ਮਾਰਗ ਚੱਲਦੇ ਆ ਰਹੇ ਹਨ। ਕਹੇ ਕਹਾਂ ਲਗ ਉਡਨ ਵਿਵੇਕ, ਇਹ ਜਿਹੜੇ ਸਾਰੇ ਧਰਮ ਦੇ ਰਸਤੇ ਨੇ ਜਾਂ ਮਜ਼ਹਬ ਨੇ, ਇਹਨਾਂ ਨੂੰ ਮਾਨੋ ਤਾਰਿਆਂ ਦੇ ਸਮਾਨ ਸਮਝੀਏ। ਆਕਾਸ਼ ਦੇ ਵਿੱਚ ਕਿਤਨੇ ਹੀ ਛੋਟੇ ਵੱਡੇ ਤਾਰੇ ਔਰ ਉਹ ਜਨ ਚੜ੍ਹਦੇ ਨੇ, ਛਿਪਦੇ ਨੇ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਚਾਹੇ ਉਹ ਤੁਰਕਾਂ ਦੇ ਧਰਮ, ਹਿੰਦੂਆਂ ਦੇ ਧਰਮ, ਜੋਗੀਆਂ ਨੇ ਆਪਣੇ 12 ਜਿਹੜੇ ਪੰਥ ਬਣਾਏ ਹੋਏ ਸਨ। ਇਹ ਜਿਹੜੇ ਪੰਥ ਸਮਾਜ ਦੇ ਅੰਦਰ ਤਾਰਿਆਂ ਦੇ ਸਮਾਨ ਚਮਕ ਰਹੇ ਹਨ। ਗਨ ਕੋ ਚਮਤਕਾਰ ਛਪ ਗਇਓ, ਇਹਨਾਂ ਸਾਰੇ ਧਰਮਾਂ ਦਾ, ਸਾਰੇ ਮਜ਼ਹਬਾਂ ਦਾ ਜਿਹੜਾ ਤੇਜ ਪ੍ਰਤਾਪ ਦੁਨੀਆ ਦੇ ਅੰਦਰ ਉਹ ਬਿਲਕੁਲ ਨਾਸ ਹੋ ਚੁੱਕਿਆ ਸੀ। ਗੁਰ ਪ੍ਰਤਾਪ ਸਭ ਉਪਰ ਪਇਓ, ਜੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਤੇਜ ਪ੍ਰਤਾਪ ਇਹਨਾਂ ਸਾਰੇ ਮਜ਼ਹਬਾਂ ਦੇ ਉੱਪਰ, ਸਾਰੇ ਧਰਮਾਂ ਦੇ ਉੱਪਰ ਬੜਾ ਚਾਰੇ ਪਾਸੇ ਛਾ ਚੁੱਕਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬੇ ਡਿੱਠੀ ਪ੍ਰਥਮੀ ਨਵੇਂ ਖੰਡ ਜਿੱਥੇ ਤੱਕ ਆਹੀ ਭਾਈ ਬਾਲੇ ਔਰ ਮਰਦਾਨੇ ਦੇ ਸਮੇਤ ਸਤਿਗੁਰੂ ਜੀ ਨੇ ਨਵਾਂ ਖੰਡਾਂ ਦੇ ਵਿੱਚ ਜਾ ਕਰਕੇ ਬੜਾ ਗੁਰ ਸਿੱਖੀ ਦਾ ਜਿਹੜਾ ਪ੍ਰਚਾਰ ਕੀਤਾ ਸੀ। ਦੇਸ਼ਾਂ ਵਿਦੇਸ਼ਾਂ ਦੇ ਅੰਦਰ ਗੁਰਮਤਿ ਦਾ ਜਿਹੜਾ ਕਾਫੀ ਪ੍ਰਭਾਵ ਲੋਕਾਂ ਦੇ ਮਨਾਂ ਦੇ ਅੰਦਰ ਪੈ ਚੁੱਕਿਆ ਹੈ। ਪਰ ਫਿਰ ਵੀ ਜੋ ਗੁਰੂ ਬਾਬਾ ਜੀ ਦੇ ਦਰ ਕਰਦਾ ਤੇਜ ਪ੍ਰਤਾਪ, ਜਿਵੇਂ ਸੂਰਜ ਚੜ੍ਹਨ ਦੇ ਨਾਲ ਤਾਰੇ ਤਾਂ ਸਾਰੇ ਹੀ ਥੱਲੇ ਨੂੰ ਦਬ ਜਾਂਦੇ ਹਨ। ਇਸੇ ਤਰ੍ਹਾਂ ਜੋ ਹੈ ਸਤਿਗੁਰਾਂ ਦਾ ਤੇਜ ਪ੍ਰਤਾਪ ਇਹਨਾਂ ਸਾਰੇ ਧਰਮਾਂ, ਸਾਰੇ ਮਜ਼ਹਬਾਂ ਦੇ ਉੱਪਰ ਪੈ ਚੁੱਕਿਆ ਸੀ। ਪ੍ਰੇਮੀ ਸੰਤ ਮਹੰਤ ਅਨੰਤ, ਜਿਹੜੇ ਧਰਤੀ ਦੇ ਉੱਪਰ ਉਸ ਪਰਮਾਤਮਾ ਦੇ ਪ੍ਰੇਮੀ ਨੇ, ਸਾਧੂ ਮਹਾਤਮਾ ਜੋ ਵੀ ਤੁਰਕਾਂ ਦੇ ਵਿੱਚ ਜਾਂ ਫਿਰ ਸਨਾਤਨ ਮਤ ਦੇ ਵਿੱਚ ਪੈਦਾ ਹੋਏ ਹਨ। ਇਹ ਪੰਕਜ ਜਿਦ ਕਿਤ ਬਿਕਸੰਤ, ਜਿਵੇਂ ਸੂਰਜ ਚੜ੍ਹੇ ਤੋਂ ਜਿਹੜੀਆਂ ਨੇ ਕਮਲਾਂ ਦੇ ਫੁੱਲਾਂ ਦੀਆਂ ਵੱਡੀਆਂ ਵੱਡੀਆਂ ਬਗੀਚੀਆਂ, ਉਹ ਬੜੇ ਖੇੜੇ ਦੇ ਵਿੱਚ ਆ ਜਾਂਦੀਆਂ ਹਨ। ਰਾਤ ਦੇ ਬੰਦ ਹੋਏ ਕਮਲ ਦੇ ਫੁੱਲ, ਉਹ ਵੀ ਉਹਨਾਂ ਦੀਆਂ ਪੰਖੜੀਆਂ ਖਿੜ ਜਾਂਦੀਆਂ ਨੇ। ਇਹ ਜਿਹੜੇ ਸਾਧੂ ਮਹਾਤਮਾ, ਫਕੀਰ, ਜਗਿਆਸੂ, ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੇਮ ਕਰਨ ਵਾਲੇ, ਇਹਨਾਂ ਦੇ ਮਨ ਦੇ ਅੰਦਰ ਇਹੋ ਜਿਹਾ ਖੇੜਾ, ਇਹੋ ਜਿਹੇ ਬੜੇ ਆਨੰਦ ਪੈਦਾ ਹੋ ਗਏ ਹਨ। ਤੋਮ ਤੇ ਤੁਰਕੇ ਤਮੀਪਤ, ਜਿਹੜਾ ਬਾਦਸ਼ਾਹ ਔਰੰਗਜ਼ੇਬ ਦਾ ਤੇਜ ਪ੍ਰਤਾਪ, ਜੋ ਵੀ ਚੰਦਰਮਾ ਦੇ ਸਮਾਨ ਹਿੰਦੁਸਤਾਨ ਦੇ ਵਿੱਚ ਤਾਂ ਭਾਵੇਂ ਚਾਰੇ ਪਾਸੇ ਬੜਾ ਵੱਧ ਚੁੱਕਿਆ ਸੀ। ਫੀਕੋ ਪਰਿਓ ਪ੍ਰਕਾਸ਼ ਪਇਓ ਹਤ, ਜਦੋਂ ਸਤਿਗੁਰੂ ਜੀ ਦਾ ਇਤਨਾ ਤੇਜ ਪ੍ਰਤਾਪ ਵੱਧ ਗਿਆ, ਜਿੱਥੇ ਸੂਰਜ ਚੜ੍ਹ ਗਿਆ, ਨਾ ਉੱਥੇ ਚੰਦਰਮਾ ਤੇ ਨਾ ਤਾਰਿਆਂ ਦੀ ਜਿਹੜੀ ਰੌਸ਼ਨੀ ਕਦੇ ਵੀ ਕਾਮਯਾਬ ਨਹੀਂ ਹੁੰਦੀ। ਚੰਦਰਮਾ ਵੀ, ਤਾਰੇ ਵੀ, ਇਹ ਸਾਰੇ ਸੂਰਜ ਦੇ ਅੱਗੇ ਫਿੱਕੇ ਪੈ ਜਾਂਦੇ ਹਨ। ਸਾਰਾ ਕੁਚਲਨੀ ਨਿਸਾ ਬਿਨਾਸੀ, ਇਸੇ ਤਰ੍ਹਾਂ ਜਿਹੜੀ ਖੋਟੀ ਚਾਲ ਰੂਪੀ ਰਾਤ, ਜਿਵੇਂ ਸੂਰਜ ਚੜ੍ਹਿਆ ਨਹੀਂ, ਰਾਤ ਦਾ ਉਸੇ ਵਕਤ ਅੰਤ ਹੋ ਜਾਣਾ ਹੈ। ਜਿਹੜੀ ਖੋਟੀ ਚਾਲ ਰੂਪੀ ਰਾਤ, ਇਹ ਵੀ ਨਾਸ ਹੋ ਗਈ ਹੈ। ਹਿੰਦ ਕੋਕ ਪਾਏ ਸੁਖ ਰਾਸੀ, ਜਿਹੜੇ ਹਿੰਦੂ ਲੋਕ ਵਿਚਾਰੇ ਬੜੇ ਦੁਖੀ, ਬੜੇ ਤੰਗ ਹੋ ਚੁੱਕੇ ਸਨ,
ਬਾਦਸ਼ਾਹ ਔਰੰਗਜ਼ੇਬ ਦੇ ਪਾਸੋਂ ਰੋਜ਼ਾਨਾ ਇਹਨਾਂ ਦੇ ਉੱਪਰ ਵੱਡੇ ਵੱਡੇ ਜ਼ੁਲਮ ਜੋ ਵੀ ਧੱਕੇ ਸਾਈਆਂ ਕੀਤੀਆਂ ਜਾ ਰਹੀਆਂ ਸਨ। ਪਰ ਜਦੋਂ ਸਤਿਗੁਰੂ ਜੀ ਦਾ ਤੇਜ ਪ੍ਰਤਾਪ ਇਤਨਾ ਵੱਧ ਗਿਆ ਹੈ, ਜਿਹੜੇ ਚੱਕਵਾ ਚੁੱਕੇ ਚੱਕਵਿਆਂ ਦੇ ਸਮਾਨ ਹਿੰਦੂ ਲੋਕ ਇਹ ਵੀ ਬੜੇ ਸੁਖਦਾਈ ਹੋ ਗਏ ਹਨ। ਸਹਿਤ ਮੁਲਾ ਨੇ ਨੌਰੰਗ ਚੋਰ, ਜਿਹੜੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵੱਡੇ ਵੱਡੇ ਕਾਜੀ ਮੁਲਾਣੇ ਬਹੁਤ ਚੋਰ ਠੱਗ ਦੁਨੀਆ ਦੇ ਅੰਦਰ ਵੱਧ ਚੁੱਕੇ ਸਨ। ਸਾਰਿਆਂ ਨਾਲੋਂ ਵੱਡਾ ਚੋਰ ਬਾਦਸ਼ਾਹ ਔਰੰਗਜ਼ੇਬ, ਇਹਦੇ ਵੇਰੇ ਨਾਲ ਹੀ ਕਾਜੀ ਮੌਲਾਣੇ ਕੱਟੜਵਾਦੀ ਲੋਕ ਰਲੇ ਹੋਏ ਸਨ। ਛੀਨਤ ਧਰਮ ਦਰਬ ਕਰ ਜੋਰ, ਇਹ ਵੱਡੇ ਵੱਡੇ ਜਿਹੜੇ ਚੋਰ ਵੱਡੇ ਵੱਡੇ ਧਾੜਵੀ, ਇਹ ਜਿਹੜੇ ਧਰਮ ਰੂਪੀ ਧਨ ਨੂੰ ਲੋਕਾਂ ਦੇ ਪਾਸੋਂ ਧੱਕੇ ਦੇ ਨਾਲ ਹੀ ਚੁਰਾ ਰਹੇ ਸੀ। ਭਾਵ ਜਿਹੜੇ ਵਿਚਾਰੇ ਨੈਤਾਣੇ ਔਰ ਨਿਮਾਣੇ ਹਿੰਦੂ ਲੋਕ, ਉਹਨਾਂ ਦੇ ਪਾਸੋਂ ਜੋ ਇਹਨੇ ਕਲਮਾਂ ਪੜ੍ਹਵਾਈਆਂ ਹਨ, ਇਹ ਮਨ ਉਹਨਾਂ ਦੇ ਪਾਸੋਂ ਜਿਹੜਾ ਧਰਮ ਰੂਪੀ ਧਨ ਹੈ, ਧਨ ਰੂਪੀ ਜੋ ਪ੍ਰਵਟੀ ਹੈ, ਬੜੇ ਧੱਕੇ ਦੇ ਨਾਲ ਖੋਹ ਲਈ ਸੀ। ਸੋ ਲੱਜਤ ਦਬਕਿਓ ਦੁਖ ਭਰਿਓ, ਉਹ ਜਿਹੜਾ ਬਾਦਸ਼ਾਹ ਔਰੰਗਜ਼ੇਬ ਤੇਜ ਪ੍ਰਤਾਪੀ, ਪਰ ਮਹਾਰਾਜ ਦੇ ਅੱਗੇ ਤਾਂ ਇਹ ਵੀ ਦਬ ਕਰਕੇ ਥੱਲੇ ਨੂੰ ਬਹਿ ਗਿਆ ਸੀ। ਦਿੱਲੀ ਪੁਰ ਤੇ ਕਾਡਨ ਕਰਿਓ, ਭਾਈ ਮਤੀ ਦਾਸ ਜੀ ਨੇ ਤਾਂ ਫਿਰ ਇਹਨੂੰ ਦਿੱਲੀ ਸ਼ਹਿਰ ਦੇ ਵਿੱਚੋਂ ਬਾਹਰ ਹੀ ਕੱਢ ਦਿੱਤਾ। ਜਿੱਥੇ ਵੀ ਜਾ ਕੇ ਰਾਤ ਦੇ ਟਾਈਮ ਤੇ ਇਹਨੇ ਸੋਣਾ, ਉਸੇ ਵਾਦੇ ਦਾ ਬਹੁਤ ਵੱਡਾ ਪਲੰਗਾ ਰਾਤ ਨੂੰ ਮੂਧਾ ਮਾਰ ਦਿੰਦੇ ਸਨ। ਪਤਾ ਕੋਈ ਨਹੀਂ ਲੱਗਦਾ ਵੀ ਕਿਹੜੀ ਉਹ ਜੀ ਗੈਬੀ ਤਾਕਤ, ਗੈਬੀ ਜਿਹੜੀ ਸ਼ਕਤੀ ਆ ਕਰਕੇ ਮੇਰਾ ਤਾਂ ਪਲੰਗਾ ਹੀ ਮੂਧਾ ਮਾਰ ਦਿੰਦੀ ਹੈ। ਪੀਰ ਚਕੋਰ ਪੈ ਅਨਮਨੇ, ਜਿਹੜੇ ਕੱਟੜਵਾਦੀ ਇਸਲਾਮ ਮਤ ਦੇ ਪੀਰ ਫਕੀਰ, ਉਹ ਫਿਰ ਜੋ ਕਮਦਨੀਆਂ ਦੇ ਸਮਾਨ ਬੜੇ ਉਦਾਸ ਹੋ ਗਏ ਨੇ। ਜਦੋਂ ਸੂਰ ਚੜ ਗਿਆ, ਜਿਹੜੀਆਂ ਕਮਦਨੀਆਂ ਇਹ ਵੀ ਫਿਰ ਨਾਲ ਦੀ ਨਾਲ ਕਮਲਾਉਣ ਲੱਗ ਜਾਂਦੀਆਂ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਬੜਾ ਕੱਟੜਪਣਾ, ਆਪਣੇ ਧਰਮ ਨੂੰ ਹਮੇਸ਼ਾ ਵਾਸਤੇ ਬੜਾ ਚੰਗਾ ਮੰਨਣ ਵਾਲੇ ਇਸਲਾਮ ਦੇ, ਚਾਹੇ ਕੋਈ ਪੀਰ ਹੈ ਚਾਹੇ ਫਕੀਰ ਹੈ, ਸਤਿਗੁਰੂ ਜੀ ਦੇ ਤੇਜ ਪ੍ਰਤਾਪ ਅੱਗੇ ਇਹ ਵੀ ਬੜਾ ਉਦਾਸ ਹੋਣ ਲੱਗ ਪਏ ਹਨ। ਕੁਮੁਦ ਤੁਰਕ ਮੁਰਝਾਵਦ ਕਨੇ, ਇਸੇ ਤਰ੍ਹਾਂ ਤੁਰਕ ਵੀ ਮੁਸਲਮਾਨ ਵੀ ਕੌਮਦਨੀਆਂ ਦੇ ਸਮਾਨ ਚਾਰੇ ਪਾਸੇ ਹਿੰਦੁਸਤਾਨ ਦੇ ਕਮਲਾਉਣ ਲੱਗ ਪਏ ਹਨ। ਬਾਂਗ ਪੁਕਾਰੋ ਜੰਬੁਕ ਮੋਟੇ, ਇਸੇ ਤਰ੍ਹਾਂ ਜਿਹੜੇ ਗਿੱਦੜਾਂ ਦੇ ਸਮਾਨ ਉੱਚੀ ਉੱਚੀ ਬਾਂਗਾ ਦੇਣ ਵਾਲੇ ਕਾਜੀ ਮੁਲਾਣੇ ਸਨ। ਦੁਰਨ ਲਗੇ ਜਿਤ ਕਿਤ ਚਿਤ ਖੋਟੇ, ਜਿਨ੍ਹਾਂ ਦੇ ਮਨ ਦੇ ਅੰਦਰ ਬੜੇ ਖੋਟ, ਬੜੀਆਂ ਹੁਣ ਬੁਰਾਈਆਂ ਭਰੀਆਂ ਰਹਿੰਦੀਆਂ ਸੀ। ਹਰ ਵਕਤ ਸਤਿਗੁਰੂ ਜੀ ਦੇ ਤੇਜ ਪ੍ਰਤਾਪ ਦੇ ਅੱਗੇ ਇਹ ਸਾਰੇ ਹੀ ਹੁਣ ਆਪਣੇ ਆਪ ਦਾ ਬਚਾਅ ਕਰਨ ਦੇ ਲਈ ਲੋਕਣ ਲੱਗ ਪਏ ਹਨ। ਕਾਜੀ ਪੇਚਕ ਪੈ ਮਤ ਅੰਧੇ, ਇਸੇ ਤਰ੍ਹਾਂ ਕਾਜੀ ਮੌਲਾਣੇ ਇਹ ਉੱਲੂਆਂ ਦੇ ਸਮਾਨ ਅੰਨੇ ਹੋਣ ਲੱਗ ਪਏ ਹਨ। ਤੂਸ਼ਨ ਹੋਏ ਬੈਠੇ ਜਨ ਬੰਦੇ, ਇਹੋ ਜੀ ਇਹਨਾਂ ਕਾਜੀਆਂ ਮੌਲਾਣਿਆਂ ਦੀ ਤੁਰਕਾਂ ਦੀ ਹਾਲਤ ਹੋ ਗਈ ਵੀ ਜਿਵੇਂ ਕਿਸੇ ਨੂੰ ਰੱਸੇ ਦੇ ਨਾਲ ਨੋੜ ਕਰਕੇ ਬਿਠਾ ਦਿੱਤਾ ਜਾਏ। ਸਾਰੇ ਬੜੇ ਦੁਖੀ ਹੋਣ ਲੱਗ ਪਏ ਹਨ। ਤਮਚਰ ਜਾਦ ਅਨਕ ਜੇ ਹੈ, ਤਮਚਰ ਜਾਦ ਅਨਕ ਜੇ ਹੈ, ਜਿਹੜੇ ਬਹੁਤ ਸਾਰੇ ਚਮਗਦੜਾਂ ਦੇ ਸਮਾਨ ਤਰਕਵਾਦੀ ਲੋਕ, ਉਹਨਾਂ ਦੇ ਮਨ ਦੇ ਵਿੱਚ ਵੀ ਬੜਾ ਡਰ ਤੇ ਬੜਾ ਭੈ ਪੈਦਾ ਹੋ ਗਿਆ ਸੀ। ਸੇ ਉਮਰਾਵ ਆਦ ਦੁਖ ਲਹੈ, ਉਹ ਜਿਹੜੇ ਰਿਸ਼ਵਤ ਖੋਰ ਵੱਡੇ ਵੱਡੇ ਅਮੀਰ ਵਜ਼ੀਰ ਕਹਿ ਲੋ ਜਾਂ ਫਿਰ ਬਾਦਸ਼ਾਹ ਨੇ ਜੋ ਵੀ ਰਿਆਸਤਾਂ ਦੇ ਨਵਾਬ ਬਣਾਏ ਹੋਏ ਸੀ,
ਇਹ ਵੀ ਚਮ ਗਿੱਦੜਾਂ ਦੇ ਸਮਾਨ ਬੜਾ ਤੰਗ ਆਉਣ ਲੱਗ ਪਏ ਹਨ। ਇਮ ਸੂਰਜ ਸ੍ਰੀ ਸਤਿਗੁਰ ਉਦੇ। ਇਹ ਆ ਜ਼ਿਆਦਾ ਸਤਿਗੁਰੂ ਜੀ ਦੁਨੀਆ ਦੇ ਅੰਦਰ ਸੂਰ ਦੇ ਸਮਾਨ ਪ੍ਰਗਟ ਹੋਏ ਹਨ। ਤਮ ਅਗਿਆਨ ਸਮੀਪ ਨਾ ਕਦੇ। ਉਸ ਵਕਤ ਜਿਹੜਾ ਗਿਆਨ ਰੂਪੀ ਅੰਧੇਰਾ ਹੈ, ਉਹ ਜਗਿਆਸੂਆਂ ਦੇ ਪਾਸਿਓਂ ਦੂਰ ਆਉਣ ਲੱਗ ਪਿਆ ਸੀ। ਕਰਾਮਾਤ ਜੁਤ ਅਨਕ ਆਨੰਦੇ। ਜਿਹੜੇ ਜਗਿਆਸੂ ਬੜੀਆਂ ਕਰਾਮਾਤਾਂ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਸਨ, ਉਹਨਾਂ ਦੇ ਮਨ ਦੇ ਵਿੱਚ ਤਾਂ ਫਿਰ ਸਤਿਗੁਰੂ ਜੀ ਨੇ ਇਹੋ ਜਿਹੇ ਆਨੰਦ ਪੈਦਾ ਕਰ ਦਿੱਤੇ ਨੇ। ਨਾਨਾ ਬਰਨ ਖਿਰੇ ਅਰਬਿੰਦੇ। ਜਿਹੜੇ ਨਾਨਾ ਪ੍ਰਕਾਰ ਦੇ ਵਰਨ ਨੇ ਜਾਂ ਧਰਮ ਨੇ, ਇਹ ਵੀ ਕਮਲ ਦੇ ਫੁੱਲ ਦੇ ਸਮਾਨ ਅੱਗੇ ਨਾਲੋਂ ਬੜਾ ਖਿੜਨ ਲੱਗ ਪਏ ਹਨ। ਗਨ ਜਗਿਆਸੀ ਭੋਰ ਲੁਭਾਏ। ਇਸੇ ਤਰ੍ਹਾਂ ਜਿਹੜੇ ਨੇ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੇ ਉੱਤਮ ਅਧਿਕਾਰੀ, ਉੱਤਮ ਜਗਿਆਸੂ, ਇਹ ਫਿਰ ਬੰਦਗੀ ਰੂਪੀ ਖੁਸ਼ਬੂ ਪ੍ਰਾਪਤ ਕਰਨ ਦੇ ਲਈ ਭੌਰਿਆਂ ਦੇ ਸਮਾਨ ਚਾਰੇ ਪਾਸੇ ਘੁੰਮਣ ਲੱਗ ਪਏ ਹਨ। ਮਹਿਦ ਪ੍ਰੇਮ ਮੁਕਰੰਦੇ ਪਾਏ। ਇਹਨਾਂ ਦੇ ਹਿਰਦੇ ਦੇ ਅੰਦਰ ਖੁਸ਼ਬੂ ਰੂਪੀ ਜਿਹੜੀ ਸੁਗੰਧੀ ਔਰ ਖੁਸ਼ਬੂ ਰੂਪੀ ਹੋ ਜਿਹਾ ਇਹਨਾਂ ਨੂੰ ਸੁਖ ਪ੍ਰਾਪਤ ਹੋਣ ਲੱਗ ਪਿਆ ਸੀ। ਸਿੱਖੀ ਬੋ ਸੁਗੰਧਾ ਪਾਈ। ਜਿਨ੍ਹਾਂ ਨੇ ਗੌਰ ਸਿੱਖੀ ਰੂਪੀ ਹੋ ਜੀ ਖੁਸ਼ਬੂ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਪ੍ਰਾਪਤ ਕੀਤੀ ਹੈ। ਸਗਰੇ ਜਗਤ ਪਸਰ ਕਰ ਗਈ। ਇਹ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੌਰ ਸਿੱਖੀ ਹੈ, ਜੋ ਵੀ ਮਹਾਰਾਜ ਨੇ ਤੀਸਰਾ ਧਰਮ ਪੈਦਾ ਕੀਤਾ, ਇਹਦੀ ਜਿਹੜੀ ਸੁਗੰਧੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਚਾਰੇ ਪਾਸੇ ਫੈਲ ਗਈ ਸੀ। ਸਤਨਾਮ ਸਿਮਰਨ ਸੁਭਸਾਰ। ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਇਹੋ ਜਿਹਾ ਸਤਨਾਮ ਦਾ ਸਿਮਰਨ ਸਦਾ ਦੇ ਲਈ ਧਾਰਨ ਕੀਤਾ ਹੋਇਆ ਹੈ। ਜਹ ਕਹਿ ਪਇਓ ਪ੍ਰਕਾਸ਼ ਉਧਾਰ। ਇਹ ਮਾਨੋ ਪਰਮਾਤਮਾ ਦੇ ਨਾਮ ਦਾ, ਪ੍ਰਭੂ ਦੇ ਸਿਮਰਨ ਦਾ ਚਾਰੇ ਪਾਸੇ ਬੜਾ ਹੀ ਇੱਕ ਅਜਬ ਢੰਗ ਦਾ ਚਾਨਣ ਪੈਦਾ ਹੋ ਗਿਆ ਸੀ। ਜਿਸ ਕੋ ਪਾਏ ਸੁਖੀ ਜਗ ਪਇਓ। ਜਿਸ ਗਿਆਨ ਰੂਪੀ ਰੋਸ਼ਨੀ ਨੂੰ ਪ੍ਰਾਪਤ ਕਰਕੇ ਸੰਸਾਰ ਦੇ ਪਤਾ ਨਹੀਂ ਕਿਤਨੇ ਲੋਕ ਸੁਖੀ ਹੋ ਗਏ ਹਨ। ਸਭ ਮੇ ਸੋਜਸ ਗੁਰਨ ਕੋ ਥਿਓ। ਸਤਿਗੁਰਾਂ ਦਾ ਜਿਹੜਾ ਪਾਵਨ ਜਸ, ਮਹਾਰਾਜ ਦੀ ਵਡਿਆਈ ਤਮਾਮ ਮਤਾਂ ਮਤਾਂਤਰਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਸੀ। ਕਰਿਓ ਗ੍ਰੰਥ ਗੁਰ ਕੀਰਤ ਕੇਰੋ। ਕਵੀ ਜੀ ਕਹਿੰਦੇ ਨੇ ਵੀ ਇਹ ਜਿਹੜਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਸਤਿਗੁਰੂ ਜੀ ਦਾ ਬੜੇ ਪਵਿੱਤਰ ਜਸ ਦਾ ਇੱਕ ਸੂਰ ਦੇ ਸਮਾਨ ਕਵੀ ਜੀ ਨੇ ਰਚਨਾ ਕੀਤਾ ਹੈ। ਪਠਨ ਸ਼ਰਵਨ ਫਲ ਪਾਏ ਬਡੇਰੋ। ਜਿਹੜੇ ਬੈਠ ਕਰਕੇ ਹੁਣ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸੁਣਨ ਵਾਲੇ ਗੌਰ ਸਿੱਖ ਪ੍ਰੇਮੀ, ਉਹਨਾਂ ਨੂੰ ਫਿਰ ਪੜ੍ਹਨ ਦਾ ਔਰ ਸੁਣਨ ਦਾ ਪਤਾ ਨਹੀਂ ਕਿਤਨਾ ਫਲ ਪ੍ਰਾਪਤ ਹੋ ਜਾਣਾ। ਬਹੁਤ ਸਾਰੇ ਉਹ ਜਿਹੇ ਜਗਿਆਸੂ ਵੀ ਦੁਨੀਆ ਦੇ ਅੰਦਰ ਦੇਖਣ ਦੇ ਵਿੱਚ ਆਉਂਦੇ ਹਨ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੁਣ ਕਰਕੇ ਹੀ ਨਾਮ ਔਰ ਬਾਣੀ ਦਾ ਜਿਹੜਾ ਪ੍ਰੇਮ ਪੈਦਾ ਹੋ ਜਾਂਦਾ ਹੈ। ਸੁਣ ਕਰਕੇ ਉਹਨਾਂ ਦੇ ਮਨ ਦੇ ਅੰਦਰ ਇਹੋ ਜੀ ਜਦੋਂ ਲਗਨ ਪੈਦਾ ਹੋ ਗਈ ਨਾ, ਫਿਰ ਉਹ ਜਿਹੜੀਆਂ ਨੇ ਸੰਸਾਰ ਭਰ ਦੀਆਂ ਵੱਡੀਆਂ ਬਰਿਆਈਆਂ, ਵੱਡੇ ਔਗਣ, ਉਹਨਾਂ ਦਾ ਵੀ ਤਿਆਗ ਕਰ ਦਿੰਦੇ ਹਨ। ਜਗਿਆਸੂਵਾਦ ਦੇ ਤਾਂ ਸਾਰਿਆਂ ਨਾਲੋਂ ਪਹਿਲਾਂ ਸਟੈਪ ਇਹੀ ਹੈ, ਜਿਵੇਂ ਬੱਚੇ ਨੇ, ਸਟੂਡੈਂਟ ਨੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ
ਪੜ੍ਹਨ ਦੇ ਲਈ ਜਾਂਦੇ ਨੇ, ਪਹਿਲਾਂ ਉਹਨਾਂ ਨੂੰ ਫਿਰ ਲੈਕਚਰੀ ਬੈਠ ਕਰਕੇ ਕਲਾਸ ਦੇ ਵਿੱਚ ਸੁਣਨਾ ਪੈਂਦਾ ਹੈ। ਗੁਰੂ ਬਾਬਾ ਜੀ ਨੇ ਵੀ 4 ਪੌੜੀਆਂ ਸੁਣਨ ਦੇ ਪ੍ਰਥਾ ਉਚਾਰਨ ਕੀਤੀਆਂ ਨੇ। ਕਈਆਂ ਦੇ ਹਿਰਦੇ ਦੇ ਅੰਦਰ ਸਤਿਗੁਰੂ ਜੀ ਦਾ ਜਿਹੜਾ ਹੈ ਬਹੁਤ ਵੱਡਾ ਪਵਿੱਤਰ ਇਤਿਹਾਸ ਸੁਣ ਕਰਕੇ ਹੀ ਉਹ ਗੁਰ ਸਿੱਖੀ ਧਾਰਨ ਕਰ ਲੈਂਦੇ ਹਨ। ਸ੍ਰੀ ਸਤਿਗੁਰ ਕੇ ਅਨਕ ਬਿਲਾਸਾ। ਜਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕਰਕੇ ਦਸ਼ਮੇਸ਼ ਪਿਤਾ ਤੱਕ ਪਤਾ ਨਹੀਂ ਕੈਸੇ ਜਿਹੜੇ ਅਚਰਜ ਕੌਤਕ ਸਤਿਗੁਰੂ ਜੀ ਨੇ ਮਾਤਲੂ ਦੀ ਧਰਤੀ ਦੇ ਉੱਪਰ ਵਰਤਾਏ ਹਨ। ਗੁਪਤ ਬਿਦਤ ਸਭ ਹੋਏ ਪ੍ਰਕਾਸ਼ਾ। ਚਾਹੇ ਕੋਈ ਗੋਬਤ ਲੀਲਾ, ਚਾਹੇ ਪ੍ਰਗਟ ਤੌਰ 'ਤੇ ਸਾਹਮਣੇ ਕਈ ਅਸਥਾਨਾਂ ਦੀ ਜਿਹੜੀ ਮਹਿਮਾ ਸੰਗਤਾਂ ਨੂੰ ਦੇਖਣ ਦੇ ਵਿੱਚ ਆਉਂਦੀ ਹੈ। ਇਹ ਜਿਹੜੇ ਕੌਤਕ ਸਤਿਗੁਰੂ ਜੀ ਦੇ ਚਾਹੇ ਸਾਹਮਣੇ ਨੇ ਚਾਹੇ ਗੋਬਤ ਹਨ, ਉਹਨਾਂ ਨੂੰ ਫਿਰ ਗੁਰਮੁਖ ਸੁਣ ਕਰਕੇ ਹੀ ਜਾਣ ਲੈਂਦੇ ਨੇ। ਅਜਰ ਜਰਨ ਆਦਕ ਗੁਣ ਕਨੇ। ਗੁਰਮੁਖਾਂ ਦੇ ਮਨ ਦੇ ਅੰਦਰ ਅਜਰ ਵਸਤੂ ਨੂੰ ਪਾ ਕਰਕੇ ਜ਼ਾਰਾ ਲੈਣਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਦੇ ਮਨ ਦੇ ਅੰਦਰ ਹੀ ਐਸੇ ਜਿਹੜੇ ਗੁਣ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਪੈਦਾ ਹੋਏ ਸੀ। ਬਾਦਸ਼ਾਹ ਔਰੰਗਜ਼ੇਬ ਨੇ ਦੇਖ ਲਓ ਕਿਤਨੇ ਲੋਭ ਲਾਲਚ ਆਪਣੇ ਵੱਲੋਂ ਦਿਖਾਏ ਸਨ ਵੀ ਤੁਹਾਨੂੰ ਵੱਡੇ ਵੱਡੇ ਮਰਾਤ ਹੋਵੇ, ਵੱਡੀਆਂ ਵੱਡੀਆਂ ਮੈਂ ਪਦਵੀਆਂ ਦੇ ਦੂੰ, ਪਰ ਰੱਤੀ ਪਰ ਕੋਈ ਵੀ ਹੋ ਜਿਹਾ ਲੋਭ ਲਾਲਚ ਉਹਨਾਂ ਦੇ ਮਨ ਦੇ ਅੰਦਰ ਕਦੇ ਵੀ ਪੈਦਾ ਨਹੀਂ ਹੋਇਆ ਸੀ। ਹਜ਼ਾਰਨ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਇਹਨਾਂ ਨੇ ਵੀ ਪਤਾ ਨਹੀਂ ਕਿਤਨੀਆਂ ਕਰਾਮਾਤਾਂ ਸ਼ਕਤੀਆਂ ਮਹਾਰਾਜ ਦੇ ਪਾਸੋਂ ਪ੍ਰਾਪਤ ਕੀਤੀਆਂ, ਪਰ ਉਸ ਵਸਤੂ ਨੂੰ ਆਪਣੇ ਹਿਰਦੇ ਦੇ ਅੰਦਰ ਉਸੇ ਤਰ੍ਹਾਂ ਜ਼ਰਿਆ ਹੋਇਆ ਸੀ। ਜੇ ਚਾਹੁੰਦੇ ਇੱਕ ਪੁਰਨੇ ਦੇ ਨਾਲ ਹੀ ਆ ਬਾਦਸ਼ਾਹ ਔਰੰਗਜ਼ੇਬ ਦੀ ਤਾਂ ਗੱਲ ਹੀ ਕੀ ਹੈ, ਸਾਰਾ ਤੁਰਕਾਨਾ ਨਾਸ ਹੋ ਸਕਦਾ ਸੀ। ਕਥਾ ਸੁਣ ਕਰਕੇ ਗੁਰਮੁਖਾਂ ਦੇ ਮਨ ਦੇ ਅੰਦਰ ਇਹੋ ਜਿਹੇ ਜਿਹੜੇ ਗੁਣ ਉਹ ਵੀ ਸਮਾਂ ਪਾ ਕੇ ਕਮਾਈ ਕਰਦਿਆਂ ਪੈਦਾ ਹੋ ਜਾਂਦੇ ਹਨ। ਸਭ ਕੋ ਜਾਣੇ ਬਹੁ ਵਿਦ ਪਨੇ। ਕਵੀ ਜੀ ਕਹਿੰਦੇ ਨੇ ਵੀ ਬੇਅੰਤ ਜਿਹੜੇ ਗੁਣ ਸਤਿਗੁਰੂ ਜੀ ਦੇ ਇਸ ਕਥਾ ਦੇ ਅੰਦਰ ਮੈਂ ਵਰਣਨ ਕੀਤੇ ਹਨ। ਸੁਨੇ ਅਸੁਤ ਸੁਤ ਕੋ ਚਿਤ ਬਾਛੇ। ਜਿਸ ਪਰਿਵਾਰ ਦੇ ਪਾਸ ਅਜੇ ਕੋਈ ਹੋ ਜਾਏ ਬੱਚੇ ਦੀ ਦਾਤ ਪ੍ਰਾਪਤ ਨਹੀਂ ਹੋਈ, ਉਹਨਾਂ ਨੂੰ ਫਿਰ ਸਤਿਗੁਰੂ ਜੀ ਦੀ ਮਹਿਮਾ ਵਡਿਆਈ ਸੁਣ ਕਰਕੇ ਪੁੱਤਾਂ ਦੀਆਂ ਬਖਸ਼ਿਸ਼ਾਂ ਵੀ ਪ੍ਰਾਪਤ ਹੋ ਰਹੀਆਂ ਹਨ। ਪ੍ਰਾਪਤ ਹੋਏ ਸੇਤ ਗੁਣ ਆਛੇ। ਇਸੇ ਤਰ੍ਹਾਂ ਗੁਰ ਸਿੱਖਾਂ ਦੇ ਮਨ ਦੇ ਅੰਦਰ ਬੜੇ ਜਿਹੜੇ ਸ਼ੋਭ ਗੁਣ ਉਹ ਵੀ ਪੈਦਾ ਹੋਣ ਲੱਗ ਜਾਂਦੇ ਹਨ। ਸੁਨੇਦਾਰ ਦੀ ਧਨ ਕੋ ਪਾਵੇ। ਅਗਰ ਕੋਈ ਇਹੋ ਜਿਹਾ ਦਲਿਦਰੀ ਹੈ, ਗਰੀਬ ਹੈ, ਕੰਗਾਲ ਹੈ, ਜੇਕਰ ਸਤਿਗੁਰੂ ਜੀ ਦੀ ਕਥਾ ਸੁਣ ਲੱਗ ਜਾਏ, ਉਹਦੇ ਘਰ ਦੇ ਜਿਹੜੇ ਦਲਿੱਦਰ ਘਰ ਦੀਆਂ ਜਿਹੜੀਆਂ ਕੰਗਾਲੀਆਂ ਸਤਿਗੁਰੂ ਜੀ ਕੱਟ ਦਿੰਦੇ ਹਨ। ਸਤਿਗੁਰ ਮੈਂ ਸ਼ਰਧਾ ਬਿਰਤਾਵੇ। ਸੁਣ ਕਰਕੇ ਪ੍ਰੇਮੀਆਂ ਦੇ ਮਨ ਦੇ ਅੰਦਰ ਸਤਿਗੁਰੂ ਜੀ ਦੇ ਚਰਨਾਂ 'ਤੇ ਨਾ ਬੜੀ ਸ਼ਰਧਾ, ਬੜੀ ਭਾਵਨਾ ਵੱਧਦੀ ਹੈ। ਜਿਤਨੀ ਸ਼ਰਧਾ ਭਾਵਨਾ ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ ਪੈਦਾ ਹੋ ਗਈ, ਉਤਨਾ ਹੀ ਉਹ ਫਿਰ ਫਲ ਵੀ ਗੁਰੂ ਬਾਬਾ ਜੀ ਦੇ ਦਰਬਾਰ ਦੇ ਵਿੱਚੋਂ ਪ੍ਰਾਪਤ ਕਰ ਲੈਂਦੇ ਹਨ। ਜੁਗ ਲੋਕਨ ਕਲਿਆਣ ਉਪਾਵੇ। ਉਹ ਫਿਰ ਦੋਵੇਂ ਲੋਕਾਂ ਦੇ ਵਿੱਚ ਕਲਿਆਣ ਨੂੰ ਵੀ
ਪ੍ਰਾਪਤ ਕਰ ਲੈਂਦੇ ਨੇ। ਸਿੱਖੀ ਕੀ ਵਿਦ ਔਰ ਉਪਜਾਵੇ, ਜੋ ਗੁਰ ਸਿੱਖੀ ਹੈ ਤਾਂ ਭਾਵੇਂ ਬੜੀ ਮਹਿੰਗੀ, ਪਰ ਫਿਰ ਵੀ ਇਸ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲੈਂਦੇ ਹਨ। ਕਲਮਲ ਬਿਨਸੈ ਨਾਮ ਸੁਧਾਵਨ, ਕਲਮਲ ਬਿਨਸੈ, ਜਦੋਂ ਹੁਣ ਮਨ ਦੇ ਉੱਪਰ ਪਾਪਾ ਰੂਪੀ ਮੈਲ ਲੈ ਗਈ, ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਗੁਰ ਸਿੱਖੀ ਦਾ ਵੀ ਵਾਸਾ ਆਉਣ ਲੱਗ ਜਾਏਗਾ। ਸਨੇ ਸਨੇ ਹਵੈ ਹੈ ਮਨ ਪਾਵਨ, ਸਹਿਜੇ ਸਹਿਜੇ ਸਾਧਨਾ ਕਰਦਿਆਂ ਕਰਦਿਆਂ ਜਿਹੜਾ ਮਨ ਪਾਪਾਂ ਦੀ ਮੈਲ ਕਰਕੇ ਬੜਾ ਹੀ ਮੈਲਾ ਕਚੈਲਾ ਹੋ ਚੁੱਕਿਆ ਹੈ, ਉਹ ਫਿਰ ਨਾਮ ਔਰ ਬੰਦੀ ਦੇ ਵਿੱਚ ਲਾ ਕਰਕੇ ਇਸ ਨੂੰ ਵੀ ਗੰਗਾ ਦੇ ਜਲ ਦੇ ਸਮਾਨ ਬੜਾ ਪਵਿੱਤਰ ਬਣਾ ਲੈਂਦੇ ਹਨ। ਭਗਤ ਵਿਰਾਗ ਹਿਰਦੇ ਉਪਜੰਤ, ਇਸੇ ਤਰ੍ਹਾਂ ਉਹਨਾਂ ਜਗਿਆਸੂਆਂ ਦੇ ਹਿਰਦਿਆਂ ਦੇ ਅੰਦਰ ਭਗਤੀ ਹੈ, ਗਿਆਨ ਹੈ, ਇਹ ਵਿਰਾਗ ਸਾਰੇ ਹੀ ਗੁਣ ਪੈਦਾ ਹੋ ਜਾਂਦੇ ਨੇ। ਸਤ ਸੰਗਤ ਮਿਲ ਹਵੈ ਹੈ ਸੰਤ, ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਆ ਕਰਕੇ ਉਹ ਖੁਦ ਹੀ ਸੰਤ ਬਣ ਜਾਂਦੇ ਹਨ। ਮੋਮੇ ਸ਼ਕਤ ਨਾ ਹੁਤੀ ਵਿਸਾਲਾ, ਭਾਈ ਸਾਹਿਬ ਜੀ ਆਪਣੇ ਮਨ ਦੀ ਜਿਹੜੀ ਨਿਮਰਤਾ ਹੈ, ਜਿਹੜੀ ਗਰੀਬੀ, ਉਹ ਜਣਾਉਂਦੇ ਨੇ ਵੀ ਮੇਰੇ ਅੰਦਰ ਇਤਨੀ ਸ਼ਕਤੀ, ਇਤਨੀ ਤਾਕਤ ਨਹੀਂ ਸੀ, ਵਦਤ ਲਾਲਸਾ ਰਹੀ ਸੋ ਚਾਲਾ, ਪਰ ਫਿਰ ਵੀ ਸਤਿਗੁਰੂ ਦੀ ਦਾ ਜਿਹੜਾ ਨਾ ਪਵਿੱਤਰ ਇਤਿਹਾਸ ਲਿਖਣ ਵਾਸਤੇ ਮੇਰੇ ਮਨ ਦੇ ਅੰਦਰ ਹਰ ਵਕਤ ਲਾਲਸਾ ਵੱਧਦੀ ਜਾ ਰਹੀ ਸੀ ਵੀ ਕਦੋਂ ਇਹੋ ਜਿਹਾ ਟਾਈਮ ਆਏਗਾ ਮੈਂ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪਣੀ ਕਲਮ ਦੇ ਨਾਲ ਲਿਖਾਂ। ਉਹ ਲਾਲਸਾ ਦਿਨ ਪਰ ਦਿਨ ਦਿਲ ਦੇ ਅੰਦਰ ਬੜੀ ਵਧਣ ਲੱਗ ਪਈ ਹੈ। ਆਪਣੀ ਕਥਾ ਆਪ ਬਨਵਾਈ, ਇਹ ਤਾਂ ਸਤਿਗੁਰਾਂ ਨੇ ਆਪਣੀ ਜਿਹੜੀ ਕਥਾ ਆਪ ਹੀ ਮੇਰੇ ਪਾਸੋਂ ਲਿਖਵਾਉਣੀ ਕੀਤੀ ਹੈ। ਦਾਸ ਜਾਨ ਮੁਝ ਦਈ ਵਡਾਈ, ਇਹ ਤਾਂ ਮੈਨੂੰ ਇੱਕ ਆਪਣੇ ਚਰਨਾਂ ਦਾ ਸੇਵਕ ਦਾਸ ਕੀੜਾ ਮਕੌੜਾ ਜਾਣ ਕਰਕੇ ਬੜੀ ਵਡਿਆਈ, ਬੜੀ ਸੋਭਾ ਗੁਰ ਸਿੱਖਾਂ ਦੇ ਅੰਦਰ ਬਖਸ਼ਾ ਦਿੱਤੀ ਹੈ। ਸੁਰ ਸਰ ਸਮ ਗੁਰ ਕੀ ਕੀਰਤ ਪਾਵਨ, ਜਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕੀਰਤੀ ਇੱਕ ਬਹੁਤ ਵੱਡੀ ਮਹਾਨ ਗੰਗਾ ਦੇ ਸਮਾਨ ਹੈ। ਜਿਸ ਕੇ ਮਿਲੇ ਪਾਪ ਗਨ ਜਾਵਨ, ਜਿਸ ਕਥਾ ਰੂਪੀ ਗੰਗਾ ਦੇ ਨਾਲ ਮਿਲ ਕਰਕੇ ਨਾ ਜਗਿਆਸੂਆਂ ਦੇ ਵੱਡੇ ਵੱਡੇ ਜਿਹੜੇ ਪਾਪ ਉਹ ਵੀ ਦਗਦ ਹੋ ਜਾਂਦੇ ਹਨ। ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨੇਵਰੀ। ਭਗਤ ਕਬੀਰ ਜੀ ਨੇ ਵੀ ਬੜੇ ਹੋ ਜਾਏ ਪਰ ਵਚਨ ਆਪਣੀ ਰਸਨਾ ਤੋਂ ਕੀਤੇ ਹਨ। ਗੰਗਾ ਕੈ ਸੰਗ ਸਲਤਾ ਬਿਗਰੀ, ਜਿਹੜੀਆਂ ਚਾਹੇ ਕੋਈ ਨਦੀ ਹੈ, ਚਾਹੇ ਗੰਦਮਾਂ ਦੇ ਨਾਲ ਭਰਿਆ ਹੋਇਆ ਨਾਲਾ, ਜੋ ਵੀ ਇੱਕ ਵਾਰੀ ਗੰਗਾ ਦੇ ਵਿੱਚ ਪੈ ਗਿਆ ਉਹਦਾ ਫਿਰ ਗੰਗਾ ਦਾ ਹੀ ਰੂਪ ਬਣ ਜਾਏਗਾ। ਇਸੇ ਤਰ੍ਹਾਂ ਜਿਹੜੇ ਪ੍ਰੇਮੀ ਕਥਾ ਰੂਪੀ ਗੰਗਾ ਦੇ ਵਿੱਚ ਆ ਕਰਕੇ ਮਿਲ ਗਏ ਹਨ, ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਆਰਾਮੈ ਹੋਏ ਨੇ ਵਰਿਓ। ਉਹ ਵੀ ਫਿਰ ਸਮਾਂ ਪਾ ਕਰਕੇ ਇੱਕ ਦਿਨ ਉਸ ਗੰਗਾ ਦਾ ਹੀ ਰੂਪ ਬਣ ਜਾਂਦੇ ਹਨ। ਨਿੰਦਕ ਮੂਰਖ ਮਤਸਰ ਧਾਰੀ, ਤੇ ਜਿਹੜੇ ਨੇ ਨਿੰਦਕ ਮੂਰਖ ਗਵਾਰ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ ਹਨ। ਰਾਸ਼ਵ ਮਹਿਕ ਕੋਲ ਸੰਭਾਰੀ, ਉਹ ਜਿਵੇਂ ਗਧੇ ਨੇ, ਸੂਰ ਨੇ, ਜੇ ਗੰਗਾ ਦੇ ਵਿੱਚ ਕਿਤੇ ਪ੍ਰਵੇਸ਼ ਵੀ ਕਰ ਗਏ, ਇਹਨਾਂ ਨੇ ਤਾਂ ਫਿਰ ਪਾਣੀ ਦੇ ਵਿੱਚ ਜਾ ਕਰਕੇ ਖੌਰੂ ਹੀ ਪਾਉਣਾ ਹੈ। ਇਸੇ ਤਰ੍ਹਾਂ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਘਰ ਦਾ ਕੋਈ ਨਿੰਦਕ ਹੈ,
ਚਾਹੇ ਚੁਗਲ ਹੈ, ਇਹਨਾਂ ਨੇ ਤਾਂ ਫਿਰ ਹਰ ਵਕਤ ਆਪਣੀ ਰਸਨਾ ਤੋਂ ਨਿੰਦਿਆ ਕਰਦੇ ਹੀ ਰਹਿਣਾ ਹੈ। ਖੋਰੂ ਪਾਏ ਕੁਬਚ ਕੋ ਪਾਖੈ, ਉਹ ਫਿਰ ਇਹੋ ਜਿਹਾ ਖੌਰੂ ਪਾ ਕੇ ਨਾ ਬੜੇ ਖੋਟੇ ਬੜੇ ਕੌੜੇ ਵਚਨ ਵੀ ਆਪਣੇ ਮੂੰਹਾਂ ਤੋਂ ਬੋਲਦੇ ਰਹਿੰਦੇ ਹਨ। ਦੁਖਦ ਕਰਨ ਗਾਂਧਲੀ ਕਾਖੈ, ਉਹ ਜਿਹੜੇ ਗਧੇ ਔਰ ਸੂਰ ਇਸ ਕਥਾ ਰੂਪੀ ਗੰਗਾ ਨੂੰ ਆਪਣੇ ਵੱਲੋਂ ਗੰਧਲਾ ਕਰਨ ਦਾ ਵੀ ਬੜਾ ਯਤਨ ਕਰਦੇ ਹਨ। ਸੋ ਚਖ ਮਾਰਤ ਰਹੇ ਕੁਪਤੇ, ਇਹੋ ਜਿਹੇ ਮੂਰਖ ਗਵਾਰ ਖੋਟੀ ਪੱਤ ਵਾਲੇ ਇਹ ਤਾਂ ਹਰ ਵਕਤ ਚੱਖਾ ਮਾਰਦੇ ਹੀ ਰਹਿੰਦੇ ਹਨ। ਬਿਗਰੇ ਨੇ ਕਭੂ ਰਸ ਅਤੇ, ਅਗਰ ਗੰਗਾ ਦੇ ਵਿੱਚ ਚਾਹੇ ਕੋਈ ਝੋਟਾ ਵੜ ਗਿਆ, ਸੂਰ ਵੜ ਗਿਆ, ਗਧਾ ਵੜ ਗਿਆ, ਜਿੰਨਾ ਮਰਜੀ ਖੌਰੂ ਪਾਈ ਜਾਏ, ਗੰਗਾ ਦੇ ਪਾਣੀ ਦਾ ਕੱਖ ਨਹੀਂ ਵਿਗੜਦਾ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਦਰ ਘਰ ਦੀ ਨਿੰਦਿਆ ਕਰਨ ਵਾਲੇ ਚੁਗਲ ਵੀ ਇਹ ਤਾਂ ਦੁਨੀਆ ਦੇ ਵਿੱਚ ਪੈਦਾ ਹੁੰਦੇ ਹੀ ਰਹਿੰਦੇ ਹਨ। ਸਾਰਦ ਚੰਦ ਬਦਨ ਬਰ ਸਾਰਦ, ਪਰ ਜਿਹੜੇ ਸਤਿਗੁਰੂ ਜੀ ਦੇ ਬਚਨ ਚੰਦਰਮਾ ਦੇ ਸਮਾਨ ਬੜਾ ਸੁੱਖ ਤੇ ਬੜੀ ਸ਼ਾਂਤੀ ਨੂੰ ਦੇਣ ਵਾਲੇ ਹਨ। ਬੰਦੋ ਪਦ ਅਰਬਿੰਦਨ ਸਾਰਦ, ਕਵੀ ਜੀ ਕਹਿੰਦੇ ਨੇ ਵੀ ਉਸ ਸਾਰਦਾ ਦੇ ਚਰਨਾਂ ਤੇ ਮੈਂ ਵੀ ਆਪਣੇ ਵੱਲੋਂ ਬਾਰ-ਬਾਰ ਨਮਸਕਾਰ ਕਰਦਾ ਹਾਂ। ਪਾਰ ਬ੍ਰਹਮ ਸਤਿਗੁਰ ਦਸ ਧਿਆਏ, ਜੋ 10 ਪਾਤਸ਼ਾਹੀਆਂ ਉਸ ਨਿਰਗੁਣ ਪਰਮਾਤਮਾ ਦਾ ਹੀ ਰੂਪ ਹੋਏ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਅੰਗਦ ਦੇਵ ਜੀ ਮਹਾਰਾਜ 10 ਪਾਤਸ਼ਾਹੀਆਂ ਨੇ ਇੱਕ ਨਿਰਗੁਣ ਤੋਂ ਹੀ ਸਰਗੁਣ ਸਰੂਪ ਦੁਨੀਆ ਦੇ ਭਲੇ ਵਾਸਤੇ ਧਾਰਨ ਕੀਤਾ ਸੀ। ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਕਾਰ ਜੋਤ ਜਗ ਮੰਡਲ ਕਰਿਓ। ਦਸਾਈ ਸਾਹਿਬਾਂ ਨੇ ਮਾਨੋ ਇੱਕ ਨਿਰੰਕਾਰ ਦਾ ਹੀ ਰੂਪ ਧਾਰਨ ਕੀਤਾ। ਕਲਯੁਗੀ ਜੀਵਾਂ ਦੇ ਭਲੇ ਵਾਸਤੇ ਬੰਦੋ ਬਾਰ ਬਾਰ ਸਿਰ ਨਿਆਏ, 10 ਪਾਤਸ਼ਾਹੀਆਂ ਦੇ ਚਰਨਾਂ ਤੇ ਵੀ ਭਾਈ ਸਾਹਿਬ ਜੀ ਬਾਰ-ਬਾਰ ਆਪਣੇ ਵੱਲੋਂ ਮੱਥਾ ਟੇਕਦੇ ਹਨ। ਏਕ ਜੋ 10 ਰੂਪ ਗੁਰ ਤਿਨ ਤੇ ਤਰਿਓ ਜਹਾਨ, ਜੋ ਇੱਕੋ ਹੀ ਜੋਤ ਨੇ ਮਾਨੋ ਦੁਨੀਆ ਦੇ ਅੰਦਰ 10 ਸਰੂਪ ਧਾਰਨ ਕੀਤੇ ਸੀ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਤਾ ਨਹੀਂ ਕਿਤਨਾ ਜਹਾਨ ਕਿਤਨੇ ਪ੍ਰਾਣੀ ਤਰ ਚੁੱਕੇ ਹਨ। ਸਭ ਕੇ ਪਦ ਅਰਬਿੰਦ ਕੋ ਸਦਾ ਬੰਦਨਾ ਠਾਨ, ਕਵੀ ਜੀ ਕਹਿੰਦੇ ਨੇ ਵੀ 10 ਪਾਤਸ਼ਾਹੀਆਂ ਦੇ ਚਰਨਾਂ ਤੇ ਤਾਂ ਮੈਂ ਬਾਰ-ਬਾਰ ਆਪਣਾ ਜਿਹੜਾ ਸੀਸ ਝੁਕਾਉਂਦਾ ਹਾਂ। ਸੂਰਜ ਗੁਰੂ ਪ੍ਰਤਾਪ ਤੇ ਬਰਨੀ ਦਵਾਦਸ ਰਾਸ, ਜੈ ਮੈਂ ਸੂਰਜ ਦੀਆਂ 12 ਰਾਸਾਂ ਜਿਹਨੂੰ 12 ਮਹੀਨੇ ਆਪਾਂ ਕਹਿ ਦਿੰਦੇ ਹਾਂ, ਤੇ ਇੱਧਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰਹਿ ਦੇ ਵਿੱਚ ਵੀ ਭਾਈ ਸਾਹਿਬ ਜੀ ਨੇ ਪਹਿਲਾਂ 12 ਜਿਹੜੀਆਂ ਰਾਸਾਂ ਉਚਾਰਨ ਕੀਤੀਆਂ ਹਨ। ਅਸ਼ਟ ਸਾਜ ਪਾਤਸ਼ਾਹ ਕੇ ਬਰਨੇ ਬਨ ਗੁਣ ਰਾਸ, 12 ਰਾਸਾਂ ਦੇ ਵਿੱਚ ਕਵੀ ਜੀ ਨੇ 8 ਗੁਰੂਆਂ ਦਾ ਜਿਹੜਾ ਇਤਿਹਾਸ ਬੜੇ ਸੁੰਦਰ ਢੰਗ ਦੇ ਨਾਲ ਵਰਣਨ ਕੀਤਾ ਹੈ। ਦਛਣਾਇਨ ਉਤਰਾਇਨ ਐਨ ਬਣेंगे ਦੋਏ, ਅੱਗੇ ਵੇਰ ਜਮੇ ਜਿਹੜਾ ਸੂਰਜ 6 ਮਹੀਨੇ ਉਤਰਾਇਣ ਤੇ 6 ਮਹੀਨੇ ਦਖਣੈਣ ਦੇ ਵੱਲ ਰਹਿੰਦਾ। ਇਸ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰਹਿ ਦੇ ਅੱਗੇ ਫਿਰ 2 ਜਿਹੜੇ ਐਨ ਵੀ ਬਣ ਜਾਣੇ ਹਨ। ਵਰਤਤ ਰੁਤ ਜੇ ਖਸ਼ਟ ਸੁਭ ਤਿਨ ਪਰ ਵਰਣਨ ਹੋਏ, ਇਸੇ ਤਰ੍ਹਾਂ ਜਿਵੇਂ 6 ਜਿਹੜੀਆਂ ਰੁੱਤਾਂ ਸਾਡੇ ਹਿੰਦੁਸਤਾਨ ਦੇ ਵਿੱਚ ਮੰਨੀਆਂ ਜਾਂਦੀਆਂ ਹਨ। ਪਹਿਲਾ ਦਖਣੈਣ,
ਉਤਰਾਇਣ ਤੋਂ ਅੱਗੇ ਫਿਰ 6 ਰੁੱਤਾਂ ਚੱਲ ਪੈਣੀਆਂ ਹਨ। ਪ੍ਰਥਮ ਕਰੀ ਕਵਿਤਾ ਰੁਚਰ ਸ੍ਰੀ ਨਾਨਕ ਪ੍ਰਕਾਸ਼। ਭਾਈ ਸਾਹਿਬ ਜੀ ਕਹਿੰਦੇ ਨੇ ਵੀ ਪਹਿਲਾਂ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਪਵਿੱਤਰ ਇਤਿਹਾਸ ਉਹ ਨਾਨਕ ਪ੍ਰਕਾਸ਼ ਦੇ ਵਿੱਚ ਅੰਕਿਤ ਕੀਤਾ ਹੋਇਆ ਹੈ। ਪੂਰਬਾਰਦ ਉਤਰਾਰਧ ਇਮ ਬਰਨੇ ਗੁਣ ਰਾਸ। ਪੂਰਬਾਰਧ ਉਤਰਾਰਧ ਇਹਨਾਂ ਦੇ ਵਿੱਚ ਰਾਸ ਬੜੇ ਜਿਹੜੇ ਗੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਰਣਨ ਕੀਤੇ ਹੋਏ ਹਨ। ਅਬ ਕਲਗੀਧਰ ਕੀ ਕਥਾ ਖਟ ਰਤਨ ਪਰ ਹੋਏ। ਅੱਗੇ ਹੁਣ ਦਸ਼ਮੇਸ਼ ਪਿਤਾ ਦੀ ਜਿਹੜੀ ਪਵਿੱਤਰ ਕਥਾ ਕਵੀ ਜੀ ਨੇ ਰੁੱਤਾਂ ਦੇ ਵਿੱਚ ਵਰਣਨ ਕਰਨੀ ਹੈ। ਗੁਰ ਪ੍ਰਤਾਪ ਸੂਰਜ ਪਇਓ ਜਾਂ ਤੇ ਸਭ ਗਤ ਜੋਏ। ਇਸ ਕਰਕੇ ਇਸ ਗ੍ਰੰਥ ਦਾ ਨਾਮ ਹੀ ਭਾਈ ਸਾਹਿਬ ਜੀ ਨੇ ਵਿਚਾਰ ਕਰਕੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਆਪਣੇ ਵੱਲੋਂ ਰੱਖਣਾ ਕੀਤਾ ਵੀ ਜਿਵੇਂ ਸੂਰਜ ਦੀਆਂ ਪਹਿਲਾਂ 12 ਰਾਸਾਂ ਉਤਰਾਇਣ ਦਖਣਾਇਣ ਇਤਨੀ ਵੱਡੀ ਬੁੱਧੀ ਭਾਈ ਸਾਹਿਬ ਜੀ ਨੂੰ ਪਰਮਾਤਮਾ ਨੇ ਬਖਸ਼ੀ ਹੋਈ ਸੀ। ਉਸੇ ਤਰ੍ਹਾਂ ਜਿਹੜਾ ਗ੍ਰੰਥ ਦਾ ਨਾਮ ਵੀ ਕਿਤਨਾ ਵੱਡਾ ਮਹਾਨ ਆਪਣੇ ਵੱਲੋਂ ਰੱਖਣਾ ਕੀਤਾ ਹੈ। ਕਥੋ ਕਥਾ ਕੋ ਜਥਾ ਮਤ ਤਥਾ ਸੁਨੋ ਸਿਖ ਸੰਤ। ਐ ਗੁਰੂ ਕੈ ਗੁਰ ਸਿੱਖੋ ਜਿਉ ਜੀ ਮਤ ਮਹਾਰਾਜ ਨੇ ਮੈਨੂੰ ਬਖਸ਼ੀ ਹੈ ਉਸੇ ਤਰ੍ਹਾਂ ਦੀ ਮੈਂ ਕਥਾ ਆਪਣੇ ਵੱਲੋਂ ਵਰਣਨ ਕਰਨੀ ਹੈ। ਹੋਏ ਪਰਸਨ ਵਰ ਦੀਜੀਏ ਮਿਲੇ ਗੁਰੂ ਭਗਵੰਤ। ਪਰ ਬਾਰ ਭਾਈ ਸਾਹਿਬ ਜੀ ਗੁਰਾਂ ਸਿੱਖਾਂ ਔਰ ਸੰਗਤਾਂ ਦੇ ਪਾਸੋਂ ਹੈ ਵਰਦਾਨ ਮੰਗਦੇ ਰਹਿੰਦੇ ਹਨ। ਜਿਨ ਕੀ ਕਿਰਪਾ ਕਟਾਚ ਤੇ ਹਲਤ ਫਲ ਸੁਖ ਪਾਏ। ਜਿਨ੍ਹਾਂ ਮਹਾਂਪੁਰਖਾਂ ਦੀ ਰੱਬ ਦੇ ਪਿਆਰਿਆਂ ਦੀ ਜੇ ਮਾੜੀ ਜੀ ਕਿਰਪਾ ਵੀ ਹੋ ਗਈ ਤੇ ਜਿਹੜੇ ਗੁਰੂ ਬਾਬਾ ਜੀ ਦੇ ਦਰੋਂ ਕਰੋਂ ਬਖਸ਼ਿਆ ਹੋਏ ਪੂਰਨ ਮਹਾਂਪੁਰਖ ਉਹਦਾ ਫਿਰ ਜਗਿਆਸੂਆਂ ਦੀਆਂ ਤਕਦੀਰਾਂ ਹੀ ਬਦਲ ਕਰਕੇ ਰੱਖ ਦਿੰਦੇ ਹਨ। ਜਿਨ੍ਹਾਂ ਦੀ ਕਿਰਪਾ ਜਿਨ੍ਹਾਂ ਦੀ ਰਹਿਮਤ ਦੁਆਰਾ ਸੰਗਤਾਂ ਨੂੰ ਲੋਕ ਔਰ ਪਰਲੋਕ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਸੋ ਕੋ ਮਨੋ ਵਿਸਾਰੀਏ ਰਾਖੋ ਹਿਰਦੇ ਬਸਾਏ। ਵੀ ਆ ਜਿਹੜਾ ਪਰਮਾਤਮਾ ਦਾ ਨਾਮ ਪ੍ਰਭੂ ਦੀ ਭਗਤੀ ਮਨ ਦੇ ਵਿੱਚੋਂ ਕਿਉਂ ਭੁਲਾਈਏ ਜਿਸ ਭਗਤੀ ਦੇ ਨਾਲ ਦੀਨ ਔਰ ਦੁਨੀਆ ਦੋਵੇਂ ਲੋਕ ਹੀ ਪ੍ਰਾਪਤ ਹੋ ਜਾਂਦੇ ਹਨ। ਸਤਿਗੁਰ ਸਿੱਖਨ ਕੇ ਉਚਿਤ ਸਤਿਗੁਰ ਕਥਾ ਬਚਿੱਤਰ। ਜਾ ਬੜੀ ਪਵਿੱਤਰ ਪਾਵਨ ਕਥਾ ਇਸ ਭਾਈ ਸਾਹਿਬ ਜੀ ਨੇ ਗੁਰ ਸਿੱਖਾਂ ਦੇ ਜੋਗੀ ਉਚਾਰਨ ਕੀਤੀ ਹੈ। ਸੁਣੀਏ ਮਿੱਤਰ ਇਕੱਤਰ ਚਿਤ ਸੁਨੋ ਸਮਸਤਰ ਪਵਿੱਤਰ। ਕਵੀ ਜੀ ਆਪਣੇ ਵੱਲੋਂ ਗੁਰਮੁਖਾਂ ਦੇ ਅੱਗੇ ਬਾਰ ਬੇਨਤੀਆਂ ਕਰਦੇ ਹਨ। ਐ ਪ੍ਰੇਮੀਓ ਐ ਜਗਿਆਸੂ ਜਨੋ ਆਪਣੇ ਮਨ ਨੂੰ ਨਾ ਜਦੋਂ ਇਕਾਗਰ ਕਰਕੇ ਐ ਮਿੱਤਰ ਜਨੋ ਜਦੋਂ ਵੀ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਕਥਾ ਨੂੰ ਤੁਸੀਂ ਸੁਣੋਗੇ। ਸਵਈਆ ਰਸ ਬੀਰ ਪਰੇ ਜਨ ਧੀਰ ਕਰੇ। ਉਹਨਾਂ ਦੇ ਮਨ ਦੇ ਅੰਦਰ ਬੜੀ ਜਿਹੜੀ ਇਕਾਗਰਤਾ ਬੜਾ ਟਿਕਾ ਪੈਦਾ ਹੋ ਜਾਏਗਾ। ਅੱਗੇ ਭਾਈ ਸਾਹਿਬ ਜੀ ਨੇ ਦਸ਼ਮੇਸ਼ ਪਿਤਾ ਦਾ ਜਿਹੜਾ ਮੰਗਲ ਆਪਣੇ ਵੱਲੋਂ ਕੀਤਾ ਕੈਸੇ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਰਸ ਬੀਰ ਭਰੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹਰ ਵਕਤ ਬੜਾ ਵੀਰ ਰਸ ਤੇ ਬੜੀ ਸੂਰਮ ਗਤੀ ਭਰੀ ਰਹਿੰਦੀ ਹੈ। ਰਸ ਵੀਰ ਭਰੇ ਜਨ ਧੀਰ ਕਰੇ। ਆਪਣੇ ਗੁਰਸਿੱਖਾਂ ਦੇ ਮਨਾਂ ਦੇ ਅੰਦਰ ਮਹਾਰਾਜ ਨੇ ਬੜੀ ਧੀਰਜ ਤੇ ਬੜਾ
ਇਹੋ ਜਿਹਾ ਦਿਲਾਸਾ ਵੀ ਭਰਿਆ ਹੋਇਆ ਸੀ। ਬਹੁ ਪੀਰ ਹਰੇ ਪਉ ਬੰਧਨ ਕੇ, ਬਾ ਪੀਰ ਹਰੇ ਪਵ ਫੰਦਨ ਕੇ। ਦਸ਼ਮੇਸ਼ ਪਿਤਾ ਨੇ ਤਾਂ ਹਿੰਦੁਸਤਾਨ ਦੇ ਲੋਕਾਂ ਦੇ ਸਾਰੇ ਹੀ ਬੰਧਨ ਕੱਟ ਕਰਕੇ ਉਹਨਾਂ ਦੇ ਮਨ ਦੀ ਔਰ ਜਿਹੜੀ ਸਰੀਰ ਦੀ ਪੀੜਾ ਹੀ ਨਾਸ ਕਰ ਦਿੱਤੀ ਹੈ। ਸੁਖ ਮੂਲ ਭਲੇ ਰਿਪਸੂਲ ਮਿਲੇ, ਸਤਿਗੁਰੂ ਜੀ ਸੁਖ ਮੂਲ ਭਲੇ, ਚਾਹੇ ਦੁਨਿਆਵੀ ਸੁੱਖ ਨੇ ਚਾਹੇ ਨੇ ਦਰਗਾਹ ਦੇ ਸੁੱਖ, ਪਰ ਇਹਨਾਂ ਦੇ ਮੂਲ ਕੌਣ ਨੇ? ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸੁਖ ਮੂਲ ਭਲੇ ਰਿਪ ਸੂਲ ਮਿਲੇ। ਪਰ ਜਿਹੜੇ ਨੇ ਜ਼ਾਲਮ ਪਾਪੀ ਰਿਪ ਸੂਲ ਮਿਲੇ, ਉਹਨਾਂ ਦੇ ਚਿੱਤ ਦੇ ਅੰਦਰ ਸਤਿਗੁਰੂ ਜੀ ਨਾ ਦਾ ਦੇ ਕੇ ਤੇਜ ਪ੍ਰਤਾਪ, ਬੜਾ ਸੂਲ, ਬੜਾ ਦਰਦ ਵੀ ਪੈਦਾ ਹੋ ਜਾਂਦਾ ਹੈ। ਅਨਕੂਲ ਟਲੇ ਅਕ ਕੰਦਨ ਕੇ, ਅਨਕੂਲ ਠਲੇ ਅਗ ਕੰਦਨ ਕੇ। ਜੋ ਸਤਿਗੁਰੂ ਜੀ ਵੱਡੇ ਵੱਡੇ ਪਾਪਾਂ ਨੂੰ ਨਾਸ ਕਰਨ ਵਾਲੇ ਜਿਹੜੇ ਵੀ ਗੁਰ ਸਿੱਖ ਮਹਾਰਾਜ ਦੇ ਅਨੁਕੂਲ ਢਲ ਚੁੱਕੇ ਹਨ। ਸਿੱਖ ਪਾਠ ਹਿਲੇ ਦੁਖ ਦੋਲ ਦਲੇ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜਿਹੜੇ ਜਗਿਆਸੂ ਤਾਂ ਸਿੱਖ ਪਾਠ ਹਿਲੇ, ਨਾਮ ਦਾ ਬਾਣੀ ਦਾ ਜਾਪ ਕਰਨ ਦੇ ਲਈ ਬੜੇ ਹਿਲ ਗਏ ਹਨ। ਦੁਖ ਦੋਲ ਦਲੇ, ਦੁਬਾਰਾ ਪੜ੍ਹ। ਸਿੱਖ ਪਾਠ ਹਿਲੇ ਦੁਖ ਦੋਖ ਦਲੇ, ਜਿਹੜੇ ਗੁਰ ਸਿੱਖ ਨਾਮ ਔਰ ਬਾਣੀ ਦਾ ਜਾਪ ਕਰਨ ਲੱਗ ਪਏ, ਉਹਨਾਂ ਦੇ ਪਾਪ ਵੀ ਤੇ ਉਹਨਾਂ ਦੇ ਵੱਡੇ ਵੱਡੇ ਸਾਰੇ ਦੁੱਖ ਹੀ ਸੜ ਗਏ ਹਨ। ਕਰ ਕਾਜ ਚਲੇ ਸੋ ਅਨੰਦਨ ਕੇ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਤਾਂ ਇਹੋ ਜਿਹੇ ਉਹ ਆਨੰਦ ਦੇ ਭਰੇ ਹੋਏ ਵੱਡੇ ਵੱਡੇ ਕਾਰਜ ਦੁਨੀਆ ਦੇ ਅੰਦਰ ਕੀਤੇ ਹਨ। ਅਤ ਮਿੱਤਰ ਪਵਿੱਤਰ ਬਚਤਰ ਚਰਿਤਤਰ, ਕਵੀ ਜੀ ਕਹਿੰਦੇ ਨੇ ਅਤ ਮਿੱਤਰ ਪਵਿੱਤਰ ਚਰਿਤਰ ਤੇਗ ਬਹਾਦਰ ਨੰਦਨ ਕੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਹਿਬਜ਼ਾਦੇ ਦੇ ਜਿਹੜੇ ਕੌਤਕ ਅਤ ਮਿੱਤਰ, ਮਿੱਤਰਾਂ ਦੇ ਸਮਾਨ ਸੁੱਖ ਦੇਣ ਵਾਲੇ, ਬੜੇ ਪਵਿੱਤਰ, ਮਨਾਂ ਦੀ ਮੈਲ ਵੀ ਕੱਟ ਦਿੰਦੇ ਹਨ। ਅਤ ਮਿੱਤਰ ਪਵਿੱਤਰ ਚਰਿਤਰ ਤੇਗ ਬਹਾਦਰ ਨੰਦਨ ਕੇ। ਸਤਿਗੁਰੂ ਜੀ ਦੀ ਮਹਿਮਾ ਨੂੰ ਕੋਈ ਵੀ ਸੰਸਾਰ ਦੇ ਅੰਦਰ ਜਾਣ ਨਹੀਂ ਸਕਦਾ ਹੈ। ਥਿਰ ਦਾ ਹਿਤ ਚਿਤ ਕੀ, ਇਸ ਸਵਈਏ ਦੇ ਵਿੱਚ ਕਵੀ ਜੀ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਬੜੀ ਮਹਿਮਾ ਵਡਿਆਈ ਸੋਭਾ ਆਪਣੇ ਵੱਲੋਂ ਵਰਣਨ ਕੀਤੀ ਹੈ। ਅੱਗੇ ਜਿਸ ਪ੍ਰਕਾਰ ਭਾਈ ਸਾਹਿਬ ਜੀ ਨੇ ਹੋਰ ਬਹੁਤ ਜ਼ਿਆਦਾ ਕਥਾ ਦਾ ਜਿਹੜਾ ਮਹਾਤਮ ਦੱਸਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਥਿਤ ਦਾ ਚਿਤ ਕੀ ਨਿਤ ਦਾ ਬਿਤ ਕੀ, ਹਿਤ ਦਾ ਨਿਤ ਕੀ ਸੁਨ ਹੰਤ ਜਰੀ। ਥਿਤ ਦਾ ਚਿਤ ਕੀ ਨਿਤ ਦਾ ਬਿਤ ਕੀ, ਹਿਤ ਦਾ ਨਿਤ ਕੀ ਸੁਨ ਸੰਤ ਜਰੀ। ਏ ਚੌਥ ਹੈ ਪਾਰ ਬ੍ਰਹਮ